ਬਹੁਤ ਹੀ ਸਤਿਕਾਰਯੋਗ ਗੁਰੂ ਰੂਪ ਗੁਰੂ ਸਾਰੇ ਖਾਲਸਾ ਜੀ। ਆਓ ਸਭ ਤੋਂ ਪਹਿਲਾਂ ਗੁਰੂ ਪਾਤਸ਼ਾਹ ਜੀ ਦੀ ਬਖਸ਼ਿਸ਼ ਪਵਿੱਤਰ ਫਤਿਹ ਬੁਲੰਦ ਕਰੀਏ। ਸਤਿਕਾਰ ਸਹਿਤ ਆਖਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਅਕਸਰ ਕਈ ਵਾਰ ਆਪਣੇ ਵਿਖਿਆਨਾਂ ਦੇ ਵਿੱਚ ਗਾਹੇ ਬਗਾਹੇ ਤੁਹਾਡੇ ਨਾਲ ਇਹ ਵਿਚਾਰ ਜ਼ਰੂਰ ਕਰਦਾ ਕਿ ਜਿਹੜਾ ਅਲਪ ਗਿਆਨ ਹੈ, ਜਿਹੜਾ ਘੱਟ ਗਿਆਨ ਹੈ, ਉਹ ਕਈ ਵਾਰੀ ਗਲਤ ਜਾਣਕਾਰੀ ਦਾ ਸਬੱਬ ਬਣ ਜਾਂਦਾ ਹੈ। ਔਰ ਸੋਸ਼ਲ ਮੀਡੀਆ ਦੇ ਉੱਪਰ ਤੇ ਖਾਸ ਕਰਕੇ ਇੱਕ ਥੋੜੀ ਜਿਹੀ ਵੀ ਗਲਤ ਜਾਣਕਾਰੀ ਕਿਸੇ ਦੇ ਵੱਲੋਂ ਵੀ ਸ਼ੇਅਰ ਕੀਤੀ ਜਾਵੇ, ਚਾਹੇ ਉਹ ਕਿਸੇ ਨੂੰ ਨੀਵਾਂ ਵਿਖਾਉਣ ਦੇ ਵਾਸਤੇ ਹੋਵੇ ਜਾਂ ਫਿਰ ਕਿਤੇ ਸੱਚਮੁੱਚ ਹੀ ਜਾਣਕਾਰੀ ਦੀ ਘਾਟ ਹੋਵੇ, ਪਰ ਉਹਦਾ ਜਿਹੜਾ ਫੈਲਾਓ ਆ ਉਹ ਬਹੁਤ ਜ਼ਿਆਦਾ ਹੋ ਜਾਂਦਾ। ਔਰ ਖਾਸ ਕਰਕੇ ਮੈਂ ਵੇਖਿਆ ਕਿ ਜਿਹੜੀਆਂ ਟਿੱਪਣੀਆਂ ਜਾਂ ਜਿਹੜੇ ਸਾਡੇ ਕਿਤੇ ਨਾ ਕਿਤੇ ਵਿਖਿਆਨ ਜਾਂ ਲੇਖ ਜਾਂ ਲਿਖਤਾਂ ਨਕਾਰਾਤਮਕ ਰੂਪ ਦੇ ਵਿੱਚ ਹੁੰਦੀਆਂ ਨੇ, ਉਹਨਾਂ ਦੀ ਅੱਗੇ ਸ਼ੇਅਰ ਕਰਨ ਦੀ ਗਿਣਤੀ ਤਾਂ ਵੈਸੇ ਹੀ ਬਹੁਤ ਜ਼ਿਆਦਾ ਹੁੰਦੀ ਹੈ। ਸੋ ਸੋਸ਼ਲ ਮੀਡੀਆ ਮੈਂ ਇਸੇ ਕਰਕੇ ਕਹਿੰਦਾ ਕਿ ਵਰ ਵੀ ਹੈ ਤੇ ਸਰਾਪ ਵੀ ਹੈ। ਪਰ ਇਹਦੇ ਨਾਲ ਕੁਝ ਲੋਕ ਇਵੇਂ ਵੀ ਬਹੁਤ ਜ਼ਿਆਦਾ ਐਕਟਿਵ ਰਹਿੰਦੇ ਨੇ ਜਿਨ੍ਹਾਂ ਦਾ ਨਿਸ਼ਾਨਾ ਕਿਤੇ ਨਾ ਕਿਤੇ ਇਹ ਹੁੰਦਾ ਹੈ ਕਿ ਧਰਮ ਦੇ ਉੱਪਰ ਕੋਈ ਨਾ ਕੋਈ ਇਵੇਂ ਦੀ ਬੇਹੂਦਾ ਟਿੱਪਣੀ ਕੀਤੀ ਜਾਵੇ ਤੇ ਜਿਹਦੇ ਨਾਲ ਇੱਕ ਤਾਂ ਜਿਹੜੀ ਧਰਮ ਦੀ ਮਾਨਤਾ ਰੱਖਣ ਵਾਲੇ ਲੋਕ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਉਕਸਾਇਆ ਜਾਵੇ। ਦੂਸਰੀ ਗੱਲ ਇਹ ਹੁੰਦੀ ਹੈ ਕਿ ਕਈ ਵਾਰੀ ਇਤਿਹਾਸ ਦੇ ਵਿੱਚੋਂ ਹੀ ਕੋਈ ਇਵੇਂ ਦੀ ਟਿੱਪਣੀ ਜਾਂ ਇਵੇਂ ਦਾ ਕਮੈਂਟ ਜਿਹੜਾ ਉਹ ਕਰ ਦਿੱਤਾ ਜਾਂਦਾ ਹੈ ਜਿਹਦੇ ਬਾਰੇ ਜਿਸ ਵਿਅਕਤੀ ਨੂੰ ਸੰਬੋਧਿਤ ਹੋ ਕੇ ਕੀਤਾ ਹੁੰਦਾ ਉਹਦੇ ਕੋਲ ਗਿਆਨ ਨਹੀਂ ਹੁੰਦਾ, ਤਾਂ ਕਿਤੇ ਨਾ ਕਿਤੇ ਉਹ ਆਪਣੇ ਆਪ ਨੂੰ ਹੀਣਾ ਜਿਹਾ ਮਹਿਸੂਸ ਕਰਦਾ ਹੈ ਕਿ ਜਿਹੜਾ ਮੇਰੇ ਬਾਰੇ ਜਾਂ ਮੇਰੇ ਉੱਪਰ ਜਿਹੜੀ ਟਿੱਪਣੀ ਕੀਤੀ ਗਈ ਜਾਂ ਜਿਹਦੇ ਵਿੱਚ ਮੇਰੇ ਧਰਮ ਨੂੰ ਨੀਵਾਂ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਆ, ਮੇਰੇ ਕੋਲ ਇਸ ਦਾ ਜਵਾਬ ਨਹੀਂ ਸੀ। ਕੁਛ ਹੀ ਦਿਨ ਹੋਏ ਨੇ ਮਿਸਲਾਂ ਦੇ ਬਾਰੇ ਕਿਸੇ ਮੰਚ ਦੇ ਉੱਪਰ ਚਰਚਾ ਚੱਲ ਰਹੀ ਸੀ, ਤਾਂ ਮਿਸਲਾਂ ਦੇ ਦੌਰਾਨ ਮਿਸਲ ਕਾਲ ਦੇ ਵਿੱਚ ਇੱਕ ਬਹੁਤ ਵੱਡੀ ਭੂਮਿਕਾ ਨਿਭਾਉਣ ਵਾਲੀ ਸਿੱਖਾਂ ਦੀ ਭੰਗੀ ਮਿਸਲ ਔਰ ਉਹਨਾਂ ਦੇ ਜਰਨੈਲ ਸਰਦਾਰ ਹਰੀ ਸਿੰਘ ਭੰਗੀ ਹੋਣਾ ਦਾ ਜ਼ਿਕਰ ਉਸ ਜਗ੍ਹਾ ਦੇ ਉੱਪਰ ਆਇਆ। ਹੁਣ ਸਰਦਾਰ ਹਰੀ ਸਿੰਘ ਭੰਗੀ ਇੱਕ ਵੱਡੇ ਜਰਨੈਲ ਸੀ, ਪਰ ਨਾਮ ਦੇ ਨਾਲ ਭੰਗੀ ਸ਼ਬਦ ਲੱਗਣ ਕਰਕੇ ਇੱਕਦਮ ਉਹਨਾਂ ਦੇ ਪ੍ਰਤੀ ਜਿਹੜਾ ਉੱਥੇ ਕਹਿ ਸਕਦੇ ਹੋ ਕਿ ਜੋ ਉਹਨਾਂ ਦੇ ਬਾਰੇ ਕਮੈਂਟ ਆਇਆ ਕਿ ਸਾਰਾ ਦਿਨ ਭੰਗ ਪੀਂਦਾ ਹੋਵੇਗਾ, ਭੰਗੜ ਹੋਵੇਗਾ, ਤਾਂ ਜਿਹੜਾ ਉਸ ਨੂੰ ਭੰਗੀ ਕਿਹਾ ਜਾਂਦਾ ਸੀ। ਸੋ ਮੇਰੇ ਮਨ ਦੇ ਵਿੱਚ ਇੰਜ ਲੱਗਾ ਕਿ ਜਿਵੇਂ ਸਿਰਫ ਸਰਦਾਰ ਹਰੀ ਸਿੰਘ ਨੂੰ ਇੱਕ ਨਸ਼ੇਬਾਜ਼ ਜਿਹੜਾ ਉਹ ਸਿੱਧ ਕਰਨ ਦਾ ਯਤਨ ਕੀਤਾ ਜਾ ਰਿਹਾ ਕਿ ਉਸ ਦੇ ਨਾਮ ਦੇ ਪਿੱਛੇ ਭੰਗੀ ਸ਼ਬਦ ਲੱਗਾ। ਪਰ ਜਦੋਂ ਮੈਂ ਉਸ ਦੇ ਇਤਿਹਾਸ ਨੂੰ ਪੜ੍ਹਿਆ ਸੀ ਤਾਂ ਮੇਰੇ ਖਿਆਲ ਦੇ ਨਾਲ ਉਹ ਇਵੇਂ ਦਾ ਇੱਕ ਭੰਗੀ ਮਿਸਲ ਦਾ ਜਰਨੈਲ ਸੀ ਜਿਹਨੇ ਸ਼ਾਇਦ ਉਹਨਾਂ ਸਮਿਆਂ ਦੇ ਵਿੱਚ ਸਭ ਤੋਂ ਵੱਧ ਦੁਸ਼ਮਣ ਦੇ ਅਸਲੇ ਖਾਨੇ ਜਿਹੜੇ ਸੀ ਉਹ ਲੁੱਟੇ ਸੀ। ਉਸ ਤੋਂ ਇਲਾਵਾ ਸਭ ਤੋਂ ਵੱਧ ਸਥਾਨਕ ਪੱਧਰ ਦੇ ਉੱਪਰ ਜਿਹੜੇ ਲੋਕ ਜਾਂ ਜਿਹੜੇ ਉਸ ਸਮੇਂ ਦੇ ਸ਼ਾਸਕ ਲੋਕਾਂ ਦੇ ਨਾਲ ਵਧੀਕੀਆਂ ਕਰਦੇ ਸੀ ਉਹਨਾਂ ਨੂੰ ਸੋਧਾ ਲਾਉਣ ਦੇ ਵਿੱਚ ਉਸ ਦਾ ਬੜਾ ਅਹਿਮ ਜਿਹੜਾ ਹੱਥ ਸੀ। ਔਰ ਇੱਥੋਂ ਤੱਕ ਕਿ ਕਸੂਰ, ਜਦੋਂ ਕਿ ਸਾਰਾ ਪੰਜਾਬ ਦਾ ਇਲਾਕਾ ਸਿੱਖਾਂ ਦੇ ਕਦਮਾਂ ਹੇਠ ਆ ਚੁੱਕਾ ਸੀ, ਭਾਵ ਕਿ ਸਿੱਖ ਕਬਜ਼ਾ ਕਰ ਚੁੱਕੇ ਸੀ, ਕਸੂਰ ਜਿਹੜਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਹੀ ਅਹਿਮ ਟਿਕਾਣਾ ਸੀ ਇਸਲਾਮ ਦਾ, ਕਿਉਂਕਿ ਛੋਟੇ ਸ਼ਹਿਰ ਦੇ ਵਿੱਚ 22 ਗੜੀਆਂ ਸਨ, 22 ਕਿਲੇ ਸਨ। ਸੋ ਜਿਸ ਵੇਲੇ ਕਸੂਰ ਦੇ ਨਵਾਬ ਉਸਮਾਨ ਖਾਨ ਨੇ ਇੱਕ ਹਿੰਦੂ ਪਰਿਵਾਰ ਦੀ ਬੱਚੀ ਨੂੰ ਚੁੱਕਿਆ ਸੀ ਤਾਂ ਉਸ ਵੇਲੇ ਵੀ ਸਿੱਖ ਮਿਸਲਦਾਰਾਂ ਦੇ ਵਿੱਚੋਂ ਸਭ ਤੋਂ ਪਹਿਲਾਂ ਜਥਾ ਲੈ ਕੇ ਨਿਕਲਣ ਵਾਲੇ ਸਰਦਾਰ ਹਰੀ ਸਿੰਘ ਭੰਗੀ ਸਨ। ਸੋ ਜਦੋਂ ਮੈਂ ਉਹਨਾਂ ਦੇ ਜੀਵਨ ਨੂੰ ਵੇਖਿਆ ਕਿ ਉਹਦੀ ਜ਼ਿੰਦਗੀ ਦੇ ਵਿੱਚ ਜਿੰਨਾ ਚਿਰ ਜ਼ਿੰਦਗੀ ਬਾਅਦ ਦੇ ਵਿੱਚ ਉਹਨਾਂ ਦੀ ਸ਼ਹਾਦਤ ਦੇ ਬਾਰੇ ਵੀ ਗੱਲ ਕਰਾਂਗੇ ਜਿਹਦੇ ਵਿੱਚ ਪਟਿਆਲਾ ਰਿਆਸਤ ਦਾ ਸਿੱਧਾ ਹੱਥ ਸੀ, ਖੈਰ ਉਹ ਕਿਤੇ ਵੱਖਰੇ ਵਿਸ਼ੇ ਦੇ ਵਿੱਚ ਤੁਹਾਡੇ ਨਾਲ ਗੱਲ ਸਾਂਝੀ ਕਰਾਂਗਾ। ਪਰ ਅਹਿਮ ਗੱਲ ਤਾਂ ਇਹ ਹੈ ਕਿ ਇੰਨਾ ਜ਼ਿਆਦਾ ਇੱਕ ਲੰਬੇ ਸਮੇਂ 'ਚ ਇੱਕ ਭੂਮਿਕਾ ਨਿਭਾਉਣ ਵਾਲਾ ਜਰਨੈਲ, ਜਦੋਂ ਉਹਦੇ ਨਾਮ ਦੇ ਪਿੱਛੇ ਭੰਗੀ ਸ਼ਬਦ ਨੂੰ ਡਿਫਾਈਨ ਇਸ ਤਰ੍ਹਾਂ ਕੀਤਾ ਜਾਂਦਾ ਹੈ ਕਿ ਭੰਗ ਪੀਂਦਾ ਹੋਵੇਗਾ, ਭੰਗੜ ਹੋਵੇਗਾ, ਨਸ਼ੇਬਾਜ਼ ਹੋਵੇਗਾ, ਤਾਂ ਕਿਤੇ ਨਾ ਕਿਤੇ ਉਹਨਾਂ ਸਾਰਿਆਂ ਵਰਤਾਰਿਆਂ ਨੂੰ ਸਾਨੂੰ ਘੋਖਣਾ ਜ਼ਰੂਰ ਚਾਹੀਦਾ ਔਰ ਪਰਤ ਦਰ ਪਰਤ ਕਿ ਬਿਹਾਈਂਡ ਦਾ ਸੀਨ ਕੀ ਹੈ ਉਸ ਨੂੰ ਵੇਖਣਾ ਜ਼ਰੂਰ ਚਾਹੀਦਾ। ਜਦੋਂ ਉਸ ਦੇ ਬਾਰੇ ਮੈਂ ਸਰਦਾਰ ਕਾਹਨ ਸਿੰਘ ਨਾਭਾ ਹੋਣਾ ਦੀਆਂ ਲਿਖਤਾਂ ਨੂੰ ਪੜ੍ਹਿਆ ਤਾਂ ਉਹਦੇ 'ਚ ਸੀਗਾ ਕਿ ਸਰਦਾਰ ਹਰੀ ਸਿੰਘ ਭੰਗੀ ਉਹ ਵਧੀਆ ਭੰਗ ਤਿਆਰ ਕਰਨ ਤੇ ਛਕਾਉਣ ਦਾ ਢੰਗ ਉਹਦੇ ਕੋਲ ਬੜਾ ਵਧੀਆ ਸੀ। ਸੋ ਕਿਤੇ ਨਾ ਕਿਤੇ ਮੈਨੂੰ ਇਸ ਗੱਲ ਨੇ ਮਜਬੂਰ ਕੀਤਾ ਕਿ ਇਸ ਗੱਲ ਦੀ ਹੋਰ ਖੋਜ ਕੀਤੀ ਜਾ ਸਕਦੀ ਹੈ, ਕਿਉਂਕਿ ਸਾਡੇ ਬਹੁਤ ਸਾਰੇ ਸਰੋਤਾਂ ਦੇ ਵਿੱਚ ਇਸ ਗੱਲ ਦਾ ਜ਼ਿਕਰ ਜ਼ਰੂਰ ਆਉਂਦਾ ਹੈ ਕਿ ਜੰਗ ਤੋਂ ਪਹਿਲਾਂ ਸੁੱਖ ਨਿਧਾਨ, ਨਿਹੰਗ ਸਿੰਘਾਂ ਦੇ ਬੋਲਿਆਂ ਦੇ ਵਿੱਚ ਭੰਗ ਦੇ ਵਾਸਤੇ ਸੁੱਖ ਨਿਧਾਨ ਸ਼ਬਦ ਵੀ ਵਰਤਿਆ ਜਾਂਦਾ ਹੈ ਵੀ ਬਹੁਤ ਥਾਵਾਂ ਦੇ ਉੱਪਰ ਜੰਗ ਤੋਂ ਪਹਿਲਾਂ ਜਿਹੜੇ ਸਿੱਖ ਸੀ ਉਹ ਸੁੱਖ ਨਿਧਾਨ ਦੀ ਦੇਗ ਤਿਆਰ ਕਰਕੇ ਰੱਖਦੇ ਸੀ। ਸੋ ਕੇਵਲ ਜੇ ਸਿੱਖਾਂ ਦੀ ਨਾ ਗੱਲ ਕਰੀਏ ਤਾਂ ਮੁਸਲਮਾਨ ਜਰਨੈਲਾਂ ਦੇ ਵਿੱਚ ਵੀ ਇਹ ਗੱਲ ਸੀ। ਜੇਕਰ ਤੁਹਾਨੂੰ ਪੁਰਾਤਨ
ਜਨਮ ਸਾਖੀਆਂ ਨੂੰ ਜਾਂ ਜਨਮ ਸਾਖੀ ਸਾਹਿਤ ਨੂੰ ਪੜ੍ਹਨ ਦਾ ਮੌਕਾ ਮਿਲੇ, ਤੇ ਜਦੋਂ ਗੁਰੂ ਨਾਨਕ ਸਾਹਿਬ ਦੀ ਬਾਬਰ ਦੇ ਨਾਲ ਮੁਲਾਕਾਤ ਹੁੰਦੀ ਹੈ ਤਾਂ ਤੁਸੀਂ ਉਸ ਸਮੇਂ ਦੇ ਜਿੰਨੇ ਸਰੋਤ ਨੇ ਉਸ ਸਮੇਂ ਨੂੰ ਦਰਸਾਉਣ ਵਾਲੇ ਤਾਂ ਪੜ੍ਹ ਲਓ ਕਿ ਜਿਹੜਾ ਬਾਬਰ ਹੈ ਉਹ ਗੁਰੂ ਨਾਨਕ ਸਾਹਿਬ ਨੂੰ ਭੰਗ ਦੀ ਪੇਸ਼ਕਸ਼ ਕਰਦਾ। ਹੁਣ ਬਾਬਰ ਦੇ ਕੋਲ ਭੰਗ ਕਿਉਂ? ਉਹ ਤਾਂ ਬਾਦਸ਼ਾਹ ਹੈ, ਉਹ ਜਰਨੈਲ ਹੈ, ਉਹ ਇਲਾਕਾ ਜਿੱਤਣ ਆਇਆ ਔਰ ਉਸਨੇ ਹਿੰਦੁਸਤਾਨ ਨੂੰ ਜਿੱਤਿਆ ਵੀ। ਮੁਗਲ ਸੱਤਾ ਦੀ ਸਥਾਪਤੀ ਹੀ ਬਾਬਰ ਨੇ ਕੀਤੀ ਔਰ ਉਸ ਨੂੰ ਉਸ ਸਮੇਂ ਦਾ ਕਹਿ ਸਕਦੇ ਹੋ ਕਿ ਵੱਡਾ ਜਰਨੈਲ ਜਿਹੜਾ ਉਹ ਗਿਣਿਆ ਜਾਂਦਾ। ਹੁਣ ਉਹਦੇ ਕੋਲ ਭੰਗ ਕਿਉਂ ਹੈ ਜਾਂ ਉਹ ਗੁਰੂ ਨਾਨਕ ਸਾਹਿਬ ਨੂੰ ਪੇਸ਼ ਕਿਉਂ ਕਰਦਾ? ਤੇ ਫਿਰ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਜਵਾਬ ਪਾਵਨ ਗੁਰਬਾਣੀ ਦੇ ਵਿੱਚ ਵੀ ਦਰਜ ਹੈ ਕਿ ਭਾਉ ਤੇਰਾ ਭਾਂਗ ਖਲੜੀ ਮੇਰਾ ਚੀਤ, ਮੈਂ ਦੀਵਾਨਾ ਭਇਆ ਅਤੀਤ, ਕਰ ਕਾਸਾ ਦਰਸ਼ਨ ਕੀ ਭੂਖ, ਮੈਂ ਦਰ ਮੰਗੂ ਨੀਤਾ ਨੀਤ। ਸੋ ਗੁਰਦੇਵ ਪਾਤਸ਼ਾਹ ਨੇ ਸਮਝਾ ਦਿੱਤਾ ਕਿ ਮੈਂ ਉਹਨਾਂ ਜੋਗੀਆਂ ਜਾਂ ਉਹਨਾਂ ਸਾਧੂਆਂ ਚੋਂ ਨਹੀਂ ਜਿਹੜੇ ਸਰੀਰ ਨੂੰ ਆਨੰਦ ਦੇ ਵਿੱਚ ਰੱਖਣ ਲਈ ਐਵੇਂ ਦੇ ਨਸ਼ੇ ਦਾ ਸਹਾਰਾ ਲੈਂਦੇ ਨੇ। ਪਰ ਸਵਾਲ ਫਿਰ ਹੋਇਆ ਕਿ ਬਾਬਰ ਤਾਂ ਨਾ ਤਾਂ ਕੋਈ ਜੋਗੀ ਨਾ ਕੋਈ ਸੰਨਿਆਸੀ, ਕਿਉਂਕਿ ਜਦੋਂ ਅਸੀਂ ਵਾਮ ਮਾਰਗ ਦੀ ਗੱਲ ਕਰਦੇ ਹਾਂ ਤਾਂ ਵਾਮ ਮਾਰਗ ਦੇ ਵਿੱਚ ਨਸ਼ੇ ਦਾ ਪ੍ਰਚਲਨ ਇਸ ਤਰ੍ਹਾਂ ਸੀ ਕਿ ਪਰਮਾਤਮਾ ਨੂੰ ਪਾਉਣ ਦੇ ਵਾਸਤੇ ਨਸ਼ਾ ਕਰਨਾ ਜ਼ਰੂਰੀ ਹੈ। ਔਰ ਉਹਨਾਂ ਦੇ 5 ਮਕਾਰ ਮਾਸ, ਮਦਰਾ, ਮੁਦਰਾ, ਮਾਇਆ, ਮੈਥਨ, ਇਹ ਉਹਨਾਂ ਦੇ 5 ਮਕਾਰ ਨੇ ਕਿ ਮਾਸ ਦੀ ਵਰਤੋਂ, ਉਸ ਤੋਂ ਬਾਅਦ ਮਦਰਾ ਕਿਸੇ ਵੀ ਤਰ੍ਹਾਂ ਦੇ ਨਸ਼ੇ ਦੀ, ਉਸ ਤੋਂ ਬਾਅਦ ਮਾਇਆ ਕਿ ਪੂਰੀ ਤਰ੍ਹਾਂ ਦੇ ਨਾਲ ਮਟੀਰੀਅਲਿਸਟਿਕ ਜਿਹੜੀ ਆ ਉਹ ਲਾਈਫ, ਮੈਥਨ ਵਿਵਚਾਰ, ਮੁਦਰਾ ਇੱਕ ਖਾਸ ਤਰ੍ਹਾਂ ਦਾ ਛੋਲਿਆਂ ਦਾ ਭੋਜਨ ਤਿਆਰ ਕੀਤਾ ਜਾਂਦਾ, ਚਨਿਆਂ ਦਾ। ਸੋ ਇਹ ਉਹਨਾਂ ਦੇ ਧਰਮ ਦਾ ਜਾਂ ਉਹਨਾਂ ਤੋਂ ਬਾਅਦ ਜੋਗਮਤ ਵਾਲਿਆਂ ਦੇ ਵਿੱਚ ਇਹ ਗੱਲ ਤਾਂ ਆ ਗਈ ਕਿ ਸੁਰਤ ਟਿਕਾਉਣ ਦੇ ਵਾਸਤੇ ਭੰਗ ਦੀ ਲੋੜ ਹੈ। ਪਰ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਬਾਬਰ ਨੂੰ ਜਵਾਬ ਦਿੰਦਿਆਂ ਕਹਿ ਦਿੱਤਾ ਕਿ ਭਾਉ ਤੇਰਾ ਭੰਗ, ਪਰਮਾਤਮਾ ਦਾ ਜਿਹੜਾ ਪਿਆਰ ਹੈ ਉਹ ਮੇਰੀ ਭੰਗ ਹੈ, ਖਲੜੀ ਮੇਰਾ ਚੀਤ, ਮੈਂ ਆਪਣੇ ਮਨ ਦੀ ਪੋਟੜੀ ਦੇ ਵਿੱਚ ਉਹਨੂੰ ਰੱਖਿਆ ਤੇ ਮੈਂ ਦੀਵਾਨਾ ਪਿਆ ਅਤੀਤ, ਤੇ ਮੈਂ ਉਸ ਪਰਮਾਤਮਾ ਦੇ ਪ੍ਰੇਮ ਦਾ ਜਿਹੜਾ ਉਹ ਹੀ ਕਹਿ ਸਕਦੇ ਹੋ ਕਿ ਉਹਦੇ ਪ੍ਰੇਮ ਦੇ ਵਿੱਚ ਬਾਵਰਾ ਹਾਂ। ਤੇ ਅੱਗੇ ਕਹਿੰਦੇ ਨੇ ਕਿ ਕਰ ਜਿਹੜੀ ਮੇਰੀ ਕੋਲ ਹੈ, ਜਿਹੜੀ ਦਰਸ਼ਨ ਦੀ ਭੁੱਖ ਹੈ, ਤੇ ਉਸ ਦਰਸ਼ਨ ਦੀ ਭੁੱਖ ਨੂੰ ਹੀ ਮੈਂ ਰੋਜ਼ਾਨਾ ਪਰਮਾਤਮਾ ਦੇ ਅੱਗੇ ਬੇਨਤੀ ਦੇ ਰੂਪ ਦੇ ਵਿੱਚ ਕਰਦਾ ਹੈ। ਪਰ ਜਿਹੜੇ ਮੱਤਾਂ ਦੇ ਵਿੱਚ ਇਸ ਨਸ਼ੇ ਨੂੰ ਪਰਮਾਤਮਾ ਦੇ ਮਿਲਾਪ ਦੀ ਸਮਾਧੀ ਦੇ ਵਾਸਤੇ ਵਰਤਿਆ ਜਾਂਦਾ ਸੀ, ਕਬੀਰ ਸਾਹਿਬ ਨੇ ਇਸ ਦਾ ਖੰਡਨ ਕੀਤਾ। ਕਬੀਰ ਭਾਂਗ ਮਛਲੀ ਸੁਰਾਪਾਨ, ਜੋ ਜੋ ਪ੍ਰਾਨੀ ਖਾਏ, ਤੀਰਥ ਵਰਤ ਨੇਮ ਕੀ ਸਭੇ ਰਸਾਤਲ ਜਾਏ। ਹੁਣ ਕੁਝ ਸਾਡੀਆਂ ਸੰਪਰਦਾਇ ਪ੍ਰਣਾਲੀਆਂ ਦੇ ਵਿੱਚ ਭੰਗਾ ਸ਼ਬਦ ਜਿਹੜਾ ਹੈ, ਕਿਉਂਕਿ ਮਹਾਨ ਕੋਸ਼ ਨੂੰ ਪੜ੍ਹ ਕੇ ਵੇਖੋ ਇਹਦਾ ਕਈ ਥਾਵਾਂ ਤੇ ਅਰਥ ਮਾਸ ਵੀ ਆਉਂਦਾ ਹੈ, ਇਸੇ ਕਰਕੇ ਕਈ ਸੰਪਰਦਾਇ ਟੀਕਿਆਂ ਦੇ ਵਿੱਚ ਤੁਹਾਨੂੰ ਭਾਂਗ ਦਾ ਅਰਥ ਮੁਰਗੇ ਦਾ ਮਾਸ ਜਾਂ ਮਾਸ ਵੀ ਆਵੇਗਾ। ਪਰ ਖੈਰ ਅਸੀਂ ਉੱਥੇ ਚੱਲੀਏ ਦੁਬਾਰਾ ਕਿ ਬਾਬਰ ਦੇ ਕੋਲ ਭੰਗ ਕਿਉਂ ਹੈ? ਨਾ ਜੋਗੀ ਨਾ ਵਾਮ ਮਾਰਗੀ। ਹੁਣ ਜਦੋਂ ਤੁਸੀਂ ਸਵਾ ਸਿੱਖ ਤਵਾਰੀਖ ਦਾ ਅਧਿਐਨ ਕਰਦੇ ਹੋ ਤੇ ਤੁਹਾਨੂੰ ਇਹ ਪਤਾ ਲੱਗੇਗਾ ਕਿ ਜੰਗ ਤੋਂ ਪਹਿਲਾਂ ਕਿਤੇ ਨਾ ਕਿਤੇ ਸੁੱਖ ਨਿਧਾਨ ਦੀ ਦੇਗ ਤਿਆਰ ਕੀਤੀ ਜਾਂਦੀ ਹੈ। ਹੁਣ ਉਹ ਜਿਹੜੀ ਦੇਗ ਤਿਆਰ ਕੀਤੀ ਜਾਂਦੀ ਹੈ ਉਸ ਸਮੇਂ ਉਸਦੇ ਔਸ਼ਧੀ ਗੁਣ, ਜਿਸ ਨੂੰ ਅਸੀਂ ਕਹਿੰਦੇ ਹਾਂ ਕਿ ਮੈਡੀਸਨਲ ਪ੍ਰੋਪਰਟੀਜ਼, ਕਿ ਇਹਦੇ ਚ ਦਵਾਈ ਦੇ ਕਿਹੜੇ ਗੁਣ ਨੇ, ਉਸ ਸਮੇਂ ਉਸ ਚੀਜ਼ ਨੂੰ ਧਿਆਨ ਚ ਰੱਖਿਆ ਜਾਂਦਾ ਸੀ ਤੇ ਜਿਹੜੇ ਉਸ ਨੂੰ ਬਣਾਉਣਾ ਵਧੀਆ ਤਰੀਕੇ ਦੇ ਨਾਲ ਤੇ ਕਿਸ ਕਹਿ ਸਕਦੇ ਹੋ ਕਿ ਬਿਮਾਰੀ ਦੇ ਉੱਪਰ ਜਾਂ ਕਿਸ ਰੋਗ ਦੇ ਉੱਪਰ ਜਾਂ ਕਿਸ ਐਮਰਜੈਂਸੀ ਦੇ ਵਿੱਚ ਉਹਦੀ ਡੋਜ਼ ਕਿੰਨੀ ਕੁ ਦੇਣੀ ਹੈ, ਉਹਨੂੰ ਕਹਿੰਦੇ ਸੀ ਛਕਾਉਣਾ। ਕਿ ਇਸ ਗੱਲ ਦੇ ਵਿੱਚ ਸਰਦਾਰ ਹਰੀ ਸਿੰਘ ਭੰਗੀ ਜਿਹੜੇ ਸੀ ਉਹ ਮੁਹਾਰਤ ਰੱਖਦੇ ਸੀ ਕਿ ਕਿੰਨੀ ਕੁ ਤਿਆਰ ਦਵਾਈ ਦੇ ਰੂਪ ਚ ਤਿਆਰ ਕਰਨੀ ਹੈ ਤੇ ਕਿੰਨੀ ਕੁ ਡੋਜ਼ ਤਿਆਰ ਕਰਨਾ ਤੇ ਛਕਾਉਣਾ, ਜਿਹੜੀ ਕਹਿ ਸਕਦੇ ਹੋ ਕਿ ਜਿਹਦੇ ਵਿੱਚ ਉਹਨਾਂ ਨੂੰ ਮੁਹਾਰਤ ਸੀ। ਕਿ ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਜਦੋਂ ਜੰਗਾਂ ਲੜੀਆਂ ਜਾਂਦੀਆਂ ਸੀ, ਜੇ ਕਿ ਮੈਂ ਇਹ ਗੱਲ ਅਗਲੀ ਵੀ ਕਰ ਦੇਵਾਂ ਤਾਂ ਜਦੋਂ ਤੁਸੀਂ ਔਸ਼ਧੀ ਗੁਣ ਜਿਸ ਨੂੰ ਅਸੀਂ ਕਹਿੰਦੇ ਹਾਂ, ਜਿਸ ਨੂੰ ਅਸੀਂ ਮੈਡੀਸਨਲ ਪ੍ਰੋਪਰਟੀ ਦੀ ਗੱਲ ਕਰਦੇ ਹਾਂ, ਤੇ ਜਿਹੜੇ ਆਯੁਰਵੇਦ ਦੇ ਗ੍ਰੰਥ ਨੇ, ਚਾਹੇ ਚਰਕ ਸੰਹਿਤਾ ਲੈ ਲਈਏ ਜਾਂ ਸੁਸ਼ਰਿਤ ਸੰਹਿਤਾ ਲੈ ਲਈਏ, ਤਾਂ ਉਹਨਾਂ ਦੇ ਵਿੱਚ ਵੀ ਇਸ ਦਾ ਜ਼ਿਕਰ ਆਉਂਦਾ ਹੈ ਕਿ ਇਸ ਬੂਟੀ ਦੇ ਵਿੱਚ ਕੁਝ ਐਸੇ ਔਸ਼ਧੀਆਂ ਵਾਲੇ ਗੁਣ ਨੇ ਕਿ ਇਹ ਪਹਿਲੀ ਗੱਲ ਤਾਂ ਇਹ ਹੈ ਕਿ ਹੀਮੋਸਟੈਟਿਕ ਹੈ। ਹੁਣ ਉਹਨਾਂ ਸਮਿਆਂ ਦੇ ਵਿੱਚ ਸੱਟਾਂ ਕਿਹੜੀਆਂ ਲੱਗਦੀਆਂ ਸੀ? ਫੱਟ ਲੱਗਣਾ, ਤੀਰ ਵੱਜਣਾ, ਖੂਨ ਵਗਣਾ, ਤੇ ਖੂਨ ਦਾ ਦਬਾਅ ਘਟਾ ਕੇ ਖੂਨ ਨੂੰ ਰੋਕਣ ਦੇ ਵਾਸਤੇ ਮਦਦ ਕਰਦੀ ਹੈ। ਦੂਸਰੀ ਗੱਲ ਪੇਨ ਕਿਲਰ। ਹੁਣ ਉਹਨਾਂ ਸਮਿਆਂ 'ਚ ਜਿਸ ਤਰ੍ਹਾਂ ਅੱਜ ਅਸੀਂ ਕੋਈ ਵੀ ਸਿਰ ਪੀੜ ਹੋਈ, ਢਿੱਡ ਪੀੜ ਹੋਈ, ਕੋਈ ਨਾ ਕੋਈ ਜਿਹੜਾ ਪੇਨ ਕਿਲਰ ਲੈਂਦੇ ਆ ਜਾ ਕੇ ਸਿੱਧੇ ਅਸਿੱਧੇ ਰੂਪ 'ਚ ਹੈ ਤਾਂ ਇੱਕ ਨਿਰਧਾਰਤ ਮਾਤਰਾ ਦੇ ਵਿੱਚ ਨਸ਼ਾ।
ਹੁਣ ਉਸੇ ਨਸ਼ੇ ਨੂੰ ਜ਼ਿਆਦਾ ਲੈਣਾ ਸ਼ੁਰੂ ਕਰ ਦਿਓ, ਉਸੇ ਹੀ ਕਿਸੇ ਪੇਨ ਕਿਲਰ ਨੂੰ, ਤੇ ਉਹ ਨਸ਼ੇ ਦਾ ਰੂਪ ਲੈ ਲੈਂਦਾ। ਮਿਸਾਲ ਦੇ ਤੌਰ ਤੇ ਸਰਜਰੀ ਤੋਂ ਬਾਅਦ ਕਿਸੇ ਨੂੰ ਇੱਕ ਅੱਧਾ ਪ੍ਰੋਕਸੀਓਨ ਕੈਪਸੂਲ ਦੇ ਦਿੱਤਾ ਜਾਂਦਾ ਸੀ ਤਾਂ ਉਹ ਦਵਾਈ ਦੇ ਵਾਂਗੂ ਦਿੱਤਾ ਜਾਂਦਾ ਸੀ, ਤੇ ਜਦੋਂ ਲੋਕਾਂ ਨੇ ਪੱਤੇ ਖਾਣੇ ਸ਼ੁਰੂ ਕਰ ਦਿੱਤੇ ਤਾਂ ਫਿਰ ਉਹ ਨਸ਼ੇ ਦੇ ਰੂਪ 'ਚ ਬਦਨਾਮ ਹੋ ਗਈ। ਫਲਾਣਾ ਤੇ ਪ੍ਰੋਕਸੀਓਨ ਖਾਂਦਾ ਹੈ, ਫਲਾਣਾ ਬਿਊਟਾ ਪ੍ਰੋਕਸੀਓਨ ਖਾਂਦਾ ਹੈ, ਫਲਾਣਾ ਟ੍ਰੈਮਾਡੋਲ ਲੈਂਦਾ ਹੈ। ਸੋ ਕਿਸ ਤਰ੍ਹਾਂ ਦੇ ਨਾਲ ਜਦੋਂ ਇੱਕ ਦਰਦ ਨਿਵਾਰਕ ਦਵਾਈ ਦੀ ਮਾਤਰਾ ਵਧਾ ਦਿੱਤੀ ਜਾਂਦੀ ਹੈ ਤਾਂ ਉਹ ਨਸ਼ੇ ਦੇ ਰੂਪ ਵਿੱਚ ਪ੍ਰਚਲਿਤ ਹੋ ਜਾਂਦੀ ਹੈ। ਇਸੇ ਤਰ੍ਹਾਂ ਜਦੋਂ ਗੁੱਜੀ ਸੱਟ ਲੱਗਦੀ ਸੀ, ਗੁੱਜੀ ਸੱਟ ਦੀ ਦਰਦ ਦੇ ਵਾਸਤੇ ਵੀ ਇਸ ਨੂੰ ਵਰਤਿਆ ਜਾਂਦਾ ਸੀ। ਉਤੋਂ ਅਗਲੀ ਗੱਲ ਹੋ ਜਾਂਦੀ ਸੀ ਕਿ ਮਾਨਸਿਕ ਤੌਰ ਤੇ ਸੰਤਾਪ, ਭਾਵ ਕਿ ਡਿਪਰੈਸ਼ਨ, ਮਾਨਸਿਕ ਦਬਾਅ ਰਹਿਣਾ, ਤਣਾਅ, ਉਸ ਤਣਾਅ ਦੇ ਵਾਸਤੇ ਵੀ ਬਤੌਰ ਐਂਟੀ ਐਂਜ਼ਾਈਟਿਕ ਜਿਹੜਾ ਇਸ ਨੂੰ ਵਰਤਿਆ ਜਾਂਦਾ ਸੀ। ਫਿਰ ਕਿਤੇ ਨਾ ਕਿਤੇ ਜਦੋਂ ਬੰਦਾ ਇਸ ਸਪੀਡ ਦੇ ਵਿੱਚ ਹੁੰਦਾ ਸੀ, ਭੁੱਖ ਨਹੀਂ ਸੀ ਲੱਗਦੀ, ਤਾਂ ਉਸ ਵੇਲੇ ਇਸ ਨੂੰ ਬਤੌਰ ਐਪੀਟਾਈਜ਼ਰ ਵੀ ਵਰਤਿਆ ਜਾਂਦਾ ਸੀ ਕਿ ਭੁੱਖ ਵੀ ਲੱਗਦੀ ਹੈ ਇਸ ਨੂੰ ਖਾਣ ਦੇ ਨਾਲ। ਸੋ ਕਿਤੇ ਨਾ ਕਿਤੇ ਖੂਨ ਦੇ ਦਬਾਅ ਨੂੰ ਘਟਾਉਣ ਦੇ ਵਾਸਤੇ ਵੀ ਇਸ ਨੂੰ ਵਰਤਿਆ ਜਾਂਦਾ ਸੀ। ਸੋ ਇਹਦੀਆਂ ਜਿਹੜੀਆਂ ਮੈਡੀਸਨਲ ਪ੍ਰਾਪਰਟੀ ਸੀ, ਜਿਸ ਨੂੰ ਅਸੀਂ ਭੰਗ ਕਹਿੰਦੇ ਆ ਜਾਂ ਕੈਨਾਬਿਸ ਕਹਿੰਦੇ ਅੰਗਰੇਜ਼ੀ ਦੇ ਵਿੱਚ, ਇਹਦੀਆਂ ਜਿਹੜੀਆਂ ਮੈਡੀਸਨਲ ਪ੍ਰਾਪਰਟੀ ਸੀ ਉਹ ਹੀਮੋਸਟੇਟਿਕ ਵੀ ਸੀ, ਪੇਨ ਕਿਲਰ ਸੀ, ਐਪੀਟਾਈਜ਼ਰ ਸੀ, ਐਂਟੀ ਐਂਜ਼ਾਈਟਿਕ ਸੀ, ਭਾਵ ਕਿ ਖੂਨ ਨੂੰ ਰੋਕਣਾ, ਦਰਦ ਨਿਵਾਰਕ ਦਾ ਕੰਮ ਕਰਨਾ, ਭੁੱਖ ਲਾਉਣੀ ਤੇ ਦਿਮਾਗ ਨੂੰ ਤਣਾਅ ਰਹਿਤ ਕਰਨਾ। ਔਰ ਇੱਥੋਂ ਤੱਕ ਕਿ ਜੇਕਰ ਤੁਹਾਨੂੰ 18ਵੀਂ ਸਦੀ 'ਚ ਸਿੱਖ ਜਦੋਂ ਅਕਸਰ ਜੰਗਲਾਂ 'ਚ ਰਹਿੰਦੇ ਸੀ ਤਾਂ ਸਵਾਰੀ ਘੋੜਿਆਂ ਦੀ ਕਰਦੇ ਸੀ, ਤੇ ਉਸ ਸਮੇਂ ਦੀਆਂ ਜਿਹੜੀਆਂ ਘੋੜਿਆਂ ਦੇ ਬਿਮਾਰੀਆਂ ਨੂੰ ਠੀਕ ਕਰਨ ਦੀਆਂ ਜਿਹੜੀਆਂ ਲਿਖਤਾਂ ਨੇ, ਜਿਵੇਂ ਅਸ਼ਵਨਾਮਾ ਮੇਰੀ ਇੱਕ ਲਾਇਬ੍ਰੇਰੀ ਦੇ ਵਿੱਚ ਪਿਆ ਹੋਇਆ, ਤਾਂ ਉਹਦੇ ਵਿੱਚ ਵੀ ਇਸ ਦਾ ਜ਼ਿਕਰ ਆਉਂਦਾ ਹੈ ਕਿ ਘੋੜਿਆਂ ਦੀਆਂ ਕੁਝ ਬਿਮਾਰੀਆਂ ਵਾਸਤੇ ਵੀ ਇਸ ਔਸ਼ਧੀ ਦੀ ਵਰਤੋਂ ਕੀਤੀ ਜਾਂਦੀ ਸੀ। ਔਰ ਹੁਣ ਵੀ ਤੁਸੀਂ ਕਿਤੇ ਕੈਨਾਬਿਸ ਫॉर ਦਾ ਟ੍ਰੀਟਮੈਂਟ ਜਾਂ ਕੈਨਾਬਿਸ ਐਜ ਏ ਵੈਟਰਨਰੀ ਮੈਡੀਸਨ ਤੁਸੀਂ ਕਿਤੇ ਸਰਚ ਕਰੋਗੇ ਇੰਟਰਨੈਟ ਦੇ ਉੱਪਰ ਤਾਂ ਬਹੁਤ ਸਾਰੀਆਂ ਇਵੇਂ ਦੀਆਂ ਸਾਈਟਸ ਖੁੱਲ ਜਾਣਗੀਆਂ ਜਿੱਥੇ ਤੁਹਾਨੂੰ ਇਹ ਵੀ ਪਤਾ ਲੱਗੇਗਾ ਕਿ ਘੋੜਿਆਂ ਦੇ ਵਿੱਚ ਅੱਜ ਵੀ ਕੁਝ ਬਿਮਾਰੀਆਂ ਦੇ ਉੱਪਰ ਇਸ ਦੀ ਵਰਤੋਂ ਜਿਹੜੀ ਉਹ ਕੀਤੀ ਜਾਂਦੀ ਹੈ। ਕੁਝ ਮੁਲਕਾਂ ਦੇ ਵਿੱਚ ਇਸ ਦੀ ਪ੍ਰਵਾਨਗੀ ਨਹੀਂ ਹੈਗੀ, ਕੁਝ ਦੇ ਵਿੱਚ ਪ੍ਰਵਾਨਗੀ ਹੈ, ਪਰ ਉਹ ਕਹਿੰਦੇ ਨੇ ਕਿ ਬਹੁਤ ਸਾਰੇ ਜਿਹੜੇ ਸਟੱਡ ਫਾਰਮਸ ਵਾਲੇ ਨੇ ਉਹ ਕਿਤੇ ਨਾ ਕਿਤੇ ਆਪਣੇ ਘੋੜਿਆਂ ਦੀਆਂ ਕੁਝ ਬਿਮਾਰੀਆਂ ਦੇ ਵਾਸਤੇ ਐਜ ਏ ਪੇਨ ਕਿਲਰ ਜਾਂ ਕਈ ਵਾਰੀ ਉਹਨਾਂ ਨੂੰ ਕਿਸੇ ਪਾਸੇ ਦਾ ਜਾਂ ਲੱਤ ਦਾ ਨੁਕਸ ਪੈ ਜਾਵੇ ਤਾਂ ਇਸ ਦੀ ਜਿਹੜੀ ਉਹ ਵਰਤੋਂ ਕਰਦੇ ਨੇ। ਸੋ ਇਸ ਦਾ ਜ਼ਿਕਰ ਸਾਡੇ ਪੁਰਾਤਨ ਸਰੋਤਾਂ 'ਚ ਹੀ ਮਿਲਦਾ ਹੈ ਕਿ ਸਿੱਖ ਵੀ ਜੰਗਲਾਂ ਦੇ ਵਿੱਚ ਅਜਿਹੀਆਂ ਜਿਹੜੀਆਂ ਬੂਟੀਆਂ ਦੇ ਨਾਲ ਹੀ ਆਪਣੇ ਘੋੜਿਆਂ ਦਾ ਇਲਾਜ ਕਰਦੇ ਸੀ, ਹੋਰ ਕੋਈ ਜੰਗਲਾਂ ਦੇ ਵਿੱਚ ਵੈਟਰਨਰੀ ਡਾਕਟਰ ਤਾਂ ਨਹੀਂ ਸੀ ਹੁੰਦੇ। ਔਰ ਇਹ ਗੱਲ ਜ਼ਰੂਰ ਹੈ ਕਿ ਇੱਕ ਮਿਆਦ ਤੋਂ ਵੱਧ, ਜੇਕਰ ਤੁਸੀਂ ਇਸ ਨੂੰ ਇੱਕ ਮਿਆਦ ਤੋਂ ਵੱਧ ਵਰਤਦੇ ਹੋ ਤਾਂ ਫਿਰ ਇਹ ਨਸ਼ਾ ਹੈ। ਪਰ ਜੇਕਰ ਤੁਸੀਂ ਨਸ਼ੇ ਵਾਂਗ ਨਹੀਂ, ਇੱਕ ਖਾਸ ਮਾਤਰਾ ਦੇ ਵਿੱਚ, ਔਰ ਖਾਸ ਮਾਤਰਾ ਦੇਣ ਵਾਲੇ ਜਿਹੜੇ ਸੀਗੇ ਉਹ ਜਾਣਕਾਰੀ ਸਿੰਘ ਹੁੰਦੇ ਸੀ, ਜਿਸ ਤਰ੍ਹਾਂ ਸਰਦਾਰ ਹਰੀ ਸਿੰਘ ਭੰਗੀ ਹੋਣਾ ਦੇ ਨਾਮ ਦੇ ਕੇ ਆਉਂਦਾ। ਵੈਸੇ ਤਾਂ ਜੇਕਰ ਜੇ ਕੱਲ ਦੀਆਂ ਗੱਲਾਂ ਨੇ, ਬੇਸ਼ੱਕ ਹੁਣ ਦਵਾਈਆਂ ਇੰਡੀਆ ਦੇ ਵਿੱਚ ਬੈਨ ਹੋ ਗਈਆਂ ਨੇ, ਅਜੇ ਕੱਲ ਦੀਆਂ ਗੱਲਾਂ ਨੇ, ਛੋਟਿਆਂ ਬੱਚਿਆਂ ਨੂੰ ਕੋਰੈਕਸ, ਗਲਾਈਕੋਡੀਨ ਜਿਹੜੀਆਂ ਆਮ ਦਵਾਈਆਂ ਦਿੱਤੀਆਂ ਜਾਂਦੀਆਂ ਸੀ, ਜਾਂ ਫਿਰ ਅਕਸਰ ਹਸਪਤਾਲਾਂ ਦੇ ਵਿੱਚ ਕੈਫੀਨ, ਕੋਡੀਨ, ਮਾਰਫਿਨ, ਜਿੰਨੀਆਂ ਵੀ ਦਰਦ ਨਿਵਾਰਕ ਦਵਾਈਆਂ ਦਿੱਤੀਆਂ ਜਾਂਦੀਆਂ ਸੀ ਉਹ ਇੱਕ ਨਿਰਧਾਰਤ ਮਾਤਰਾ ਤੱਕ ਦਰਦ ਨਿਵਾਰਕ ਨੇ। ਪਰ ਜਦੋਂ ਅਸੀਂ ਉਹਨਾਂ ਦੀ ਵਰਤੋਂ ਜਿਹੜੀ ਹੈ ਉਸ ਮਾਤਰਾ ਤੋਂ ਉੱਪਰ ਜਾ ਕੇ ਬਹੁਤ ਜ਼ਿਆਦਾ ਕਰਦੇ ਹਾਂ ਤਾਂ ਫਿਰ ਕਿਤੇ ਨਾ ਕਿਤੇ ਤਾਂ ਉਹ ਵੀ ਹੀ ਨਸ਼ਾ ਹੈ। ਹੁਣ ਜਦੋਂ ਅਸੀਂ ਕੈਨਾਬਿਸ ਦੀ ਗੱਲ ਕਰਦੇ ਹਾਂ, ਜਿਹਦੇ ਵਿੱਚ ਅੱਗੋਂ ਮੈਰੀਜੁਆਨਾ ਵੀ ਜਿਹੜਾ ਉਹ ਵੀ ਬਣਦਾ ਹੈ, ਜਿਹੜਾ ਕਿ ਅਮਰੀਕਾ ਦੇ ਵਿੱਚ ਜਾਂ ਕੈਨੇਡਾ ਜਾਂ ਹੋਰ ਦੇਸ਼ਾਂ ਦੇ ਵਿੱਚ ਬਤੌਰ ਨਸ਼ਾ ਵਰਤਿਆ ਜਾਂਦਾ ਮੈਰੀਜੁਆਨਾ। ਸੋ ਕੈਨਾਬਿਸ ਦੇ ਵਿੱਚੋਂ ਹੀ ਉਹ ਬਣਦਾ ਹੈ। ਤੇ ਕੈਨਾਬਿਸ ਦੇ ਵਿੱਚ ਇੱਕ ਜਿਹੜਾ ਖਾਸ ਤੱਤ ਹੈ, ਕਿਤੇ ਤੁਸੀਂ ਕੈਨਾਬਿਸ ਨੂੰ ਰਿਸਰਚ ਕਰੋਗੇ ਇੰਟਰਨੈਟ ਦੇ ਉੱਪਰ, ਇਹਦੀ ਖੋਜ ਕਰੋਗੇ ਤਾਂ ਇਹਦੇ ਵਿੱਚ ਕੈਨਾਬਾਈਡੀਓਲ ਜਿਹੜਾ ਇੱਕ ਖਾਸ ਤੱਤ ਹੈ ਜਿਸ ਨੂੰ CBD ਕਿਹਾ ਜਾਂਦਾ ਹੈ। ਉਹਦੀ ਪ੍ਰੋਨਾਂਸੀਏਸ਼ਨ ਵੱਖਰੀ ਹੈ, ਕੋਈ ਕੈਨਾਬੀਡੀਓਲ ਕਹਿੰਦੇ ਨੇ, ਕੋਈ ਕੈਨਾਬਾਈਡੀਓਲ ਕਹਿੰਦੇ ਨੇ, ਪਰ ਉਹ ਜਿਹੜਾ CBD ਹੈ ਉਹਦੇ ਬਾਰੇ ਬਹੁਤ ਜ਼ਿਆਦਾ ਤੁਹਾਨੂੰ ਡਾਕਟਰੀ ਤੌਰ ਦੇ ਉੱਪਰ ਜਿਹੜੀਆਂ ਉਹ ਖੋਜਾਂ ਮਿਲ ਜਾਣਗੀਆਂ ਕਿ ਭੰਗ ਦੀ ਬਤੌਰ ਦਵਾਈ ਜਿਹੜੀ ਹੈ ਉਹ ਵਰਤੋਂ ਕਿਵੇਂ ਕੀਤੀ ਜਾਂਦੀ ਹੈ। ਪਹਿਲੀ ਗੱਲ ਤਾਂ ਕਹਿੰਦੇ ਨੇ ਕਿ ਦਿਮਾਗੀ ਤੌਰ ਦੇ ਉੱਪਰ ਇਹ ਨਾੜੀ ਤੰਤਰ ਦੇ ਉੱਪਰ ਬਹੁਤ ਜ਼ਿਆਦਾ ਅਸਰ ਅੰਦਾਜ਼ ਹੁੰਦਾ ਹੈ, ਜਿਹਦੇ ਕਰਕੇ ਬਹੁਤ ਵਧੀਆ ਦਰਦ ਨਿਵਾਰਕ ਦਾ ਕੰਮ ਕਰਦਾ ਹੈ। ਫਿਰ ਉਹ ਕਹਿੰਦੇ ਨੇ ਕਿ ਜੇਕਰ ਇਹਨੂੰ ਧੂਏਂ ਦੇ ਵਿੱਚ ਲਿਆ ਜਾਂਦਾ ਤੇ ਇਹ ਲੰਗ ਕਲੀਨਰ ਵੀ ਹੈ, ਨਹੀਂ ਤੇ ਕਿੱਥੇ ਤੰਬਾਕੂ ਵਗੈਰਾ ਜਿੰਨੇ ਹੋਰ ਨਸ਼ੇ ਨੇ ਜਿਹੜੇ ਧੂਏਂ ਦੇ ਰਾਹੀਂ ਲਏ ਜਾਂਦੇ ਨੇ ਉਹ ਫੇਫੜਿਆਂ ਦਾ ਬੁਰਾ ਹਾਲ ਕਰ ਦਿੰਦੇ ਨੇ, ਪਰ ਇਸ ਨੂੰ ਲੰਗ ਕਲੀਨਰ ਲਿਖਿਆ ਜਾਂਦਾ। ਇਸੇ ਤਰ੍ਹਾਂ ਭਾਰ ਘਟਾਉਣ ਦੇ ਵਾਸਤੇ, ਡਾਇਬੀਟੀਜ਼ ਦੇ ਵਿੱਚ, ਔਰ ਹੁਣ ਤਾਂ ਕੈਂਸਰ ਦੇ ਵਿੱਚ, ਐਂਜ਼ਾਈਟੀ ਦੇ ਵਿੱਚ, ਇੱਥੋਂ ਤੱਕ ਕਿ ਜਿਹੜੀਆਂ ਕਹਿ ਸਕਦੇ ਹੋ ਕਿ ਹੱਡੀਆਂ ਦੇ ਨਾਲ ਸੰਬੰਧਿਤ ਜਿਹੜੀਆਂ ਖੋਜਾਂ ਆਈਆਂ ਨੇ ਉਹਦੇ ਵਿੱਚ ਇਹ ਵੀ ਆਇਆ ਕਿ ਇਹ ਜਿਹੜੀਆਂ ਹੱਡੀਆਂ ਟੁੱਟ ਜਾਂਦੀਆਂ ਨੇ ਉਹਨਾਂ ਨੂੰ ਬਹੁਤ ਜਲਦੀ ਜੋੜਦਾ ਹੈ, ਔਰ ਖਾਸ ਕਰਕੇ ਪੇਟ ਦੀਆਂ ਤੇ ਆਂਦਰਾਂ ਦੀ ਜਿਹੜੀ ਸੋਜ ਹੈ ਉਸ ਦੇ ਵਾਸਤੇ ਬਹੁਤ ਵਧੀਆ ਹੈ। ਨੀਂਦ ਇਹਦੇ ਨਾਲ ਆ ਜਾਂਦੀ ਹੈ। ਨਸ਼ੇ ਛਡਾਉਣ ਦੇ ਵਾਸਤੇ ਇਸ ਦੀ ਹੁਣ ਵਰਤੋਂ ਹੋ ਰਹੀ ਹੈ। ਸੋ ਮੇਰਾ ਕਹਿਣ ਤੋਂ ਭਾਵ ਹੈ ਕਿ ਇੱਕ ਸ਼ਬਦ ਜਦੋਂ ਸਾਡੇ ਸਾਹਮਣੇ ਆ ਜਾਂਦਾ ਜੀ, ਹਰੀ ਸਿੰਘ ਭੰਗੀ,
ਤਾਂ ਇਹ ਨਾ ਸਮਝ ਲਈਏ ਕਿ ਉਹ ਨਸ਼ੇਬਾਜ਼ ਸੀ ਜਾਂ ਭੰਗ ਪੀ ਕੇ ਉਹ ਸਰਦਾਰ ਸਾਰਾ ਦਿਨ ਪਿਆ ਰਹਿੰਦਾ ਸੀ। ਦਰਅਸਲ ਜਿੱਥੇ ਉਹ ਇੱਕ ਬਹੁਤ ਚੰਗਾ ਜਰਨੈਲ ਸੀ, ਉੱਥੇ ਉਸ ਨੂੰ ਬਤੌਰ ਔਸ਼ਧੀ, ਬਤੌਰ ਮੈਡੀਸਨ ਭੰਗ ਨੂੰ ਕਿਵੇਂ ਤਿਆਰ ਕਰਨਾ ਹੈ, ਤੇ ਜਿਹੜੇ ਵੀ ਸਿੰਘ ਫੱਟੜ ਹੋ ਜਾਂਦੇ ਸੀ, ਜਿਨ੍ਹਾਂ ਦੇ ਫੱਟ ਲੱਗ ਜਾਂਦੀ ਸੀ, ਗੁੱਜੀਆਂ ਸੱਟਾਂ ਲੱਗ ਜਾਂਦੀਆਂ ਸੀ, ਜਾਂ ਫਿਰ ਉਹਨਾਂ ਨੂੰ ਦਰਦ ਬਹੁਤ ਜ਼ਿਆਦਾ ਹੁੰਦੀ ਸੀ, ਤੇ ਉਹ ਜਰਨੈਲ ਜਾਣਦਾ ਸੀ ਕਿ ਉਹਨਾਂ ਨੂੰ ਕਿੰਨੀ ਕੁ ਮਾਤਰਾ ਦੇ ਵਿੱਚ ਉਸ ਨੂੰ ਦੇਣਾ ਹੈ। ਇਸੇ ਕਰਕੇ ਹੁੰਦਾ ਕਿ ਉਹ ਭੰਗ ਨੂੰ ਤਿਆਰ ਕਰਨ ਦੇ ਵਿੱਚ ਤੇ ਵਰਤਾਉਣ ਦੇ ਵਿੱਚ ਬੜੀ ਮੁਹਾਰਤ ਰੱਖਦਾ ਸੀ। ਸੋ ਇਹਨਾਂ ਗੱਲਾਂ ਨੂੰ ਸਮਝਣ ਦੀ ਲੋੜ ਹੈ। ਕਿਤੇ ਨਾ ਕਿਤੇ ਸਾਡੇ ਮਨ ਦੇ ਵਿੱਚ, ਮੈਂ ਪਹਿਲਾਂ ਵੀ ਕਿਹਾ ਸੀ ਕਿ ਜਿਹੜਾ ਘੱਟ ਗਿਆਨ ਹੁੰਦਾ ਹੈ, ਅਲਪ ਗਿਆਨ ਹੁੰਦਾ ਹੈ, ਉਹ ਕਿਤੇ ਨਾ ਕਿਤੇ ਗਲਤ ਜਾਣਕਾਰੀ ਦਾ ਸਬੱਬ ਜ਼ਰੂਰ ਬਣ ਜਾਂਦਾ ਹੈ। ਸੋ ਜਿਨ੍ਹਾਂ ਸਮਿਆਂ ਦੇ ਵਿੱਚ ਕੋਈ ਬਹੁਤ ਜ਼ਿਆਦਾ ਹੋਰ ਪੇਨ ਕਿਲਰ ਹੈ ਹੀ ਨਹੀਂ ਸੀ, ਤਾਂ ਉਹਨਾਂ ਸਮਿਆਂ ਦੇ ਵਿੱਚ ਜੰਗਲਾਂ 'ਚ ਲੜਨ ਵਾਲੀ ਇੱਕ ਕੌਮ ਨੇ ਇਹਨਾਂ ਜੜੀਆਂ ਬੂਟੀਆਂ ਤੋਂ ਹੀ ਆਪਣਾ ਜਿਹੜਾ ਸੀ ਉਹ ਗੁਜ਼ਾਰਾ ਕਰਨਾ ਹੁੰਦਾ ਸੀ। ਉਹ ਆਪਣੇ ਵਾਸਤੇ ਵੀ ਇਹਨਾਂ ਦੀ ਵਰਤੋਂ ਕਰਦੇ ਸੀ ਤੇ ਘੋੜਿਆਂ ਦੇ ਵਾਸਤੇ ਵੀ ਇਹਨਾਂ ਦੀ ਵਰਤੋਂ ਕਰਦੇ ਸੀ। ਸੋ ਅਸੀਂ ਇਹਨਾਂ ਛੋਟੀਆਂ-ਛੋਟੀਆਂ ਗੱਲਾਂ ਦੇ ਉੱਪਰ ਜਾਂ ਛੋਟੇ-ਛੋਟੇ ਸ਼ਬਦਾਂ ਨੂੰ ਆਧਾਰ ਬਣਾ ਕੇ ਕਿਸੇ ਕੌਮੀ ਜਾਂ ਕੌਮੀ ਇਤਿਹਾਸ ਨੂੰ ਨਿਸ਼ਾਨਾ ਬਣਾਉਣ ਦਾ ਯਤਨ ਨਾ ਕਰਿਆ ਕਰੀਏ, ਸਗੋਂ ਉਸ ਦੇ ਪਿਛੋਕੜ ਨੂੰ ਜਾਣਨ ਦੀ ਕੋਸ਼ਿਸ਼ ਕਰਿਆ ਕਰੀਏ ਕਿ ਜੇ ਇੱਕ ਸਰਦਾਰ ਦੇ ਨਾਮ ਦੇ ਨਾਲ ਜਿਹੜਾ ਉਹ ਭੰਗੀ ਸ਼ਬਦ ਆਉਂਦਾ ਹੈ, ਉਹ ਭੰਗ ਦੀ ਵਰਤੋਂ ਕਿਵੇਂ ਕਰਦਾ ਹੈ, ਜਾਂ ਉਹਨਾਂ ਸਮਿਆਂ ਦੇ ਵਿੱਚ ਭੰਗ ਦੀ ਵਰਤੋਂ ਕਿਵੇਂ ਕੀਤੀ ਜਾਂਦੀ ਸੀ, ਇਸ ਦੇ ਉੱਪਰ ਧਿਆਨ ਕੇਂਦਰਿਤ ਜ਼ਰੂਰ ਕਰਿਆ ਕਰੀਏ। ਸੋ ਇੰਨੀਆਂ ਬੇਨਤੀਆਂ ਪ੍ਰਵਾਨ। ਫਤਿਹ ਦੀ ਸਾਂਝ ਸਤਿਕਾਰ ਸਹਿਤ ਆਖਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।